हाँ जी ਧੰਨ ਲੋਕ ਜਿਹੜੇ ਫਿਲਮਾਂ ਬਣਾ ਲੈਂਦੇ ਪ੍ਰੈਸ ਕਾਨਫਰੰਸ ਤੇ ਪੜਾਅ ਨਿਕਲੇ ਪਏ। ਥੈਂਕ ਯੂ। हाँ जी कर दो एक ਸੋ ਤੁਹਾਡੀ ਇਜਾਜ਼ਤ ਨਾਲ ਔਰ ਤੁਹਾਡੀ ਮਰਜ਼ੀ ਨਾਲ ਔਰ ਜੇ ਮੋਬਾਈਲ ਫੋਨ ਜੇ ਕਿਸੇ ਦਾ ਰਿੰਗਰ ਜੇ ਆਫ ਕਰ ਲਓ ਤਾਂ ਸੋ ਸਭ ਤੋਂ ਪਹਿਲਾਂ ਤਾਂ ਮੈਂ तमाम ਬਠਿੰਡੇ ਦੀ ਪ੍ਰੈਸ ਕੋਰ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣੀ ਟਾਈਮ ਚੋਂ ਟਾਈਮ ਕੱਢ ਕੇ ਅੱਜ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਤੁਸੀਂ ਸਾਰੇ ਆਏ ਔਰ ਮੈਂ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੁਖਾਤਿਬ ਹੈ ਔਰ ਕੱਲ 26 जनवरी है और 71वां साल ਜਿਹੜਾ ਇਹ ਲੱਗਣ ਜਾਊਗਾ ਔਰ ਕੱਲ तमाम ਹਿੰਦੁਸਤਾਨ ਦੇ ਜਿੰਨੇ ਵੀ ਕੋਈ ਡਿਸਟ੍ਰਿਕਟ ਜਾਂ ਸਟੇਟ ਕੈਪੀਟਲਸ ਹੈ ਉੱਥੇ ਝੰਡੇ ਨੂੰ ਸਲਾਮੀ ਦਿੱਤੀ ਜਾਏਗੀ ਔਰ ਇਹ ਜਿਹੜੀ ਝੰਡੇ ਦੀ ਸਲਾਮੀ ਹੈ ਔਰ ਜਿਹੜਾ ਹਿੰਦੁਸਤਾਨ ਦਾ 1950 ਦੇ ਵਿੱਚ ਜਿਹੜਾ ਕਾਨੂੰਨ ਲਿਖਿਆ ਗਿਆ ਹੈ ਔਰ ਮੈਂ ਸਮਝਦਾ ਕਿ ਔਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਕਾਲੇ ਕੈਮਰੇ ਦੇ ਜ਼ਰੀਏ ਮੈਂ तमाम ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਬੇਨਤੀ ਦਰਖਾਸਤ ਕਰੂੰਗਾ ਕਿ 26 ਜਨਵਰੀ ਦਾ ਦਿਨ ਜਿਹੜਾ ਹੈ ਜਾਂ 15 ਅਗਸਤ ਦਾ ਦਿਨ ਹੈ ਇਹਨੂੰ ਕੋਈ ਸਰਕਾਰੀ ਪ੍ਰੋਗਰਾਮ ਨਾ ਸਮਝਿਆ ਜੇ ਝੰਡੇ ਨੂੰ ਜਿਹੜੀ ਸਲਾਮੀ ਦੇਣੀ ਹੈ ਇਸ ਝੰਡੇ ਦੇ ਵਿੱਚ ਸਾਡੇ ਮੁਲਕ ਦੇ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ ਔਰ ਇਹਦੀ ਇੱਜ਼ਤ ਇਹਦੀ ਹੁਰਮਤ ਔਰ ਇੱਕ ਦਿਨ ਸਾਲ ਦੇ ਵਿੱਚ ਜੇ ਅਸੀਂ ਆਪਣੇ ਘਰਾਂ ਚੋਂ ਸਰਦੀ ਗਰਮੀ ਦੇ ਵਿੱਚ ਆਪਾਂ ਨਿਕਲ ਜਾਵਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਔਰ ਮੈਂ ਯਾਦ ਦਿਲਾਉਂਦਾ ਜਾਵਾਂ ਕਿ ਇਹ ਬੜੀ ਮੁਸ਼ਕਿਲ ਨਾਲ ਬੜੇ ਔਖੇ ਹੋ ਕੇ ਇਹ ਤਿਰੰਗਾ ਝੰਡਾ ਜਿਹੜਾ ਹੈ ਅੱਜ ਲਾਲ ਕਿਲੇ ਤੇ ਵੀ ਝੂਲ ਰਿਹਾ ਅੱਜ ਪਾਰਲੀਮੈਂਟ ਤੇ ਵੀ ਝੂਲ ਰਿਹਾ ਇਹ ਸਦਾ ਜਿਹੜਾ ਹੈ ਇਹਨੂੰ ਇਜਾਜ਼ਤ ਨਹੀਂ ਸੀ ਇਹਨੂੰ ਝੂਲਣ ਦੀ ਇਹ 15 ਅਗਸਤ ਤੋਂ ਝੂਲਣ ਲੱਗਿਆ ਸੋ ਮੈਂ ਇਸ ਅੱਜ ਪ੍ਰੈਸ ਬਰੀਫਿੰਗ ਦੇ ਜ਼ਰੀਏ ਮੈਂ तमाम ਪੰਜਾਬੀਆਂ ਨੂੰ ਕਹਾਂਗਾ ਕਿ ਸਵੇਰੇ 10 ਵਜੇ ਜਿਹੜੇ ਵੀ ਤੁਸੀਂ ਸ਼ਹਿਰ ਜਾਂ ਪਿੰਡ 'ਚ ਰਹਿੰਦੇ ਹੋ ਕੋਸ਼ਿਸ਼ ਕਰਿਆ ਜੇ ਕਿ ਭਾਰਤ ਦੇ ਝੰਡੇ ਨੂੰ ਆਪਾਂ ਸਲਾਮੀ ਦੇਣੀ ਔਰ ਹਾਜ਼ਰੀਨ ਜਿੱਥੇ ਭਾਰਤ ਦੇ ਝੰਡੇ ਨੂੰ ਸਲਾਮੀ ਦਿੰਦੇ ਆ ਉੱਥੇ ਜਿਹੜਾ ਭਾਰਤ ਦਾ ਸੰਵਿਧਾਨ ਹੈ ਪਰ ਭਾਰਤ ਦਾ ਕਾਨੂੰਨ ਹੈ ਜਿਹਦੇ ਵਿੱਚ ਕਿ 1950 ਤੋਂ ਬਾਅਦ ਔਰ ਮੈਂ ਸਮਝਦਾ ਹਜ਼ਾਰਾਂ ਸਾਲਾਂ ਤੋਂ ਬਾਅਦ ਹਿੰਦੁਸਤਾਨ ਦੇ ਲੋਕ ਜਿਹੜੇ ਹੈ ਇਹ ਧਰਮ ਮਜ਼ਹਬ ਨਸਲ ਇਲਾਕਾ ਰੰਗ ਜ਼ਾਤ ਬਰਾਦਰੀ ਹਰੇਕ ਚੀਜ਼ ਤੋਂ ਬਾਲਾਤਰ ਹੋ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਬਰਾਬਰੀ ਦਾ ਜਿਹੜਾ ਹੱਕ ਦਿੱਤਾ ਹੈ ਔਰ ਜਿਹੜੇ ਹਕੂਕ ਇਹਦੇ ਵਿੱਚ ਸਾਨੂੰ ਮਿਲੇ ਹੈ ਅਸੀਂ ਇਹਨਾਂ ਦੀ ਵੀ ਇੱਜ਼ਤ ਕਰਨੀ ਹੈ ਇਹ ਜਿਹੜਾ ਯੌਮ ਜਮਹੂਰੀਅਤ ਹੈ ਇੱਕ ਡੈਮੋਕ੍ਰੇਸੀ ਦੀ ਇੱਕ ਜਿਹੜੀ ਸੈਲੀਬ੍ਰੇਸ਼ਨ ਹੈ ਔਰ ਇਸ ਨੂੰ ਅਸੀਂ ਜੇ ਸਾਂਭ ਕੇ ਨਾ ਰੱਖਿਆ ਤਾਂ ਮੈਂ ਅੱਜ ਇਸ ਪ੍ਰੈਸ ਬਰੀਫਿੰਗ ਦੇ ਜ਼ਰੀਏ ਕਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਮੈਂ ਆਪਣੀਆਂ ਅੱਖਾਂ ਨਾਲ ਆਪਣੇ ਕੰਨਾਂ ਨਾਲ ਔਰ ਆਪਣੇ ਤਜਰਬੇ ਨਾਲ ਮੈਂ ਹਿੰਦੁਸਤਾਨ ਦੇ ਸੰਵਿਧਾਨ ਦੀ ਬੇਇੱਜ਼ਤੀ ਹੁੰਦੀ ਦੇਖੀ ਹੈ ਮੈਂ ਉਹਦੀ ਬੇਹੁਰਮਤੀ ਹੁੰਦੀ ਦੇਖੀ ਹੈ ਔਰ ਜਿਹੜੇ ਇਦਾਰੇ ਬਣੇ ਹੈ ਇਸ ਸੰਵਿਧਾਨ ਦੇ ਜ਼ਰੀਏ ਚਾਹੇ ਉਹ ਭਾਰਤ ਦਾ ਸੁਪਰੀਮ ਕੋਰਟ ਹੈ ਚਾਹੇ ਇਲੈਕਸ਼ਨ ਕਮਿਸ਼ਨ ਹੈ ਚਾਹੇ ਆਡੀਟਰ ਜਨਰਲ ਹੈ ਚਾਹੇ ਉਹ CBI ਹੈ ਔਰ ਇੱਥੋਂ ਤੱਕ ਵੀ ਮੈਂ ਕਹਾਂਗਾ ਕਿ ਭਾਰਤ ਦਾ ਜਿਹੜਾ ਮੀਡੀਆ ਹੈ ਔਰ ਕਾਫੀ ਹੱਦ ਤੱਕ ਜਿਹੜਾ ਮੀਡੀਆ ਹੈ ਇਹ ਜੋ BJP ਸਰਕਾਰ ਦਾ ਬਿਆਨੀਆ ਹੈ ਇਹਦੇ ਤੱਕ ਮਹਿਦੂਦ ਜਿਹੜਾ ਹੈ ਇਹ ਹੋਣ ਦੀ ਇਹਦੀ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਖੁਸੂਸੀ ਤੌਰ ਤੇ ਇਸ ਕਰਕੇ ਕੀਤੀ ਇਸ ਫਿਕਰ 'ਚ ਕੀਤੀ ਔਰ ਇਸ ਫਰਜ਼ ਨੂੰ ਸਮਝ ਕੇ ਕੀਤੀ ਕਿ 26 ਜਨਵਰੀ ਤੋਂ ਪਹਿਲਾਂ ਆਪਾਂ ਘੱਟੋ ਘੱਟ ਇਸ ਗੱਲ ਨਾਲ ਆਸ਼ਨਾ ਜ਼ਰੂਰ ਹੋਈਏ ਕਿ ਇਹਦੀ ਮਹੱਤਵਤਾ ਕੀ ਹੈ ਔਰ ਆਪਣਾ ਫਰਜ਼ ਕੀ ਹੈ ਔਰ ਅੱਜ ਮੈਨੂੰ ਫਿਕਰ ਇਸ ਗੱਲ ਦਾ ਹੈ ਕਿ ਜਿਹੜੇ ਇਦਾਰੇ ਮੈਂ ਤੁਹਾਨੂੰ ਗਿਣਾਏ ਹੈ ਜੇ ਕਮਜ਼ੋਰ ਹੋ ਗਏ ਚਾਹੇ ਉਹ CBI ਦਾ ਇਦਾਰਾ ਹੈ ਚਾਹੇ ਆਡੀਟਰ ਜਨਰਲ ਦਾ ਹੈ ਚਾਹੇ ਇਲੈਕਸ਼ਨ ਕਮਿਸ਼ਨ ਦਾ ਹੈ ਇਹ ਪਿਲਰ ਹੁੰਦੇ ਆ ਜਿਸ ਪਿਲਰ ਤੇ ਭਾਰਤ ਦੀ ਇੱਕ ਮਜ਼ਬੂਤ ਛੱਤ ਜਿਹੜੀ ਹੈ ਪੰਡਿਤ ਜਵਾਹਰ ਲਾਲ ਨਹਿਰੂ ਸਾਹਿਬ ਜਿਹੜੇ ਕਿ ਪਹਿਲੇ ਪ੍ਰਧਾਨ ਮੰਤਰੀ ਸੀ ਔਰ ਉਹਨਾਂ ਨਾਲ ਜਿਹੜੇ
लोग कैबिनेट च, अंबेडकर साहब जिन्हां ने भारत का संविधान लिखिया, और जे कमज़ोर हो जाएगा तो असी जग लई दुनिया लई एक जग हसाई का एक कारण बन जाएंगे कि अज तो 71 साल पहला जिस सोच नूं असी लैके चले सी, भारत अज उस सोच तो भटक गया। और मैं ये नाल ये भी थोनू याद कराना चाहां कि अज भारत नूं अंदरूनी बैरूनी ये जिहड़े दोने खतरे, ये दोने खतरात तो भारत जिहड़ा है वो लाहक है। अज अखबारां दीयां सुर्खियां तुसीं पढ़ियां होणीआं कि चाइना ने साडे बॉर्डर ते उहदी मुदाखलत जिहड़ी है वो मुसलसल चल रही है। कोई दिन ऐसा नहीं गुजरदा जिथे साडे फौज नाल उहनां दी हत्थापाई नहीं हुंदी, या कोई दिन ऐसा भी नहीं जाता जो कोई ना कोई ड्रोन जिहड़े है पाकिस्तान तो आंदे है। 30-32 तो पकड़े गए, पर मैं समझदा जे 30-32 पकड़े गए तो कुछ ऐसे भी होने जिहड़े नहीं पकड़े गए होने। सो अज भारत नूं अंदरूनी ते बैरूनी दोने खतरे जिहड़े है वो लाहक है। और अज जिहड़ी जरूरियात वक्त है भारत के लोगों वास्ते वो है कि असी यक जुबान ते यक मुश्त होइए। अज मैनू अफसोस है इस गल का है कि भारत सरकार ने जो रवैया अख्तियार किया है, जिहदे नाल कि लखां की तादाद दे विच एक हिंदुस्तान का बड़ा वड्डा तबका अज दिल्ली के बार्डरों पर बैठा है। अज ये वक्त की जरूरत है कि उन्हां दियां जिहड़ियां मंगां है या उन्हां दे जिहड़ी तवक्कुआत है, उन्हां दियां आसां है, उस ते भारत सरकार पूरी उतरे। मैं अज तो 4-5 दिन पहला 20 तारीख नूं अमरीका के नवे सदर जिहड़े बने हैं जो बाइडन, उन्होंने अपनी हल्फनामा उन्होंने अमरीका दा लिया सी। और मैं उन्हां दा जिहड़ा पहला प्रोग्राम है उन्होंने 5 नुकाती प्रोग्राम है अमरीका का, और जिहड़ा मैं पहला वो 5 नुकाती प्रोग्राम दे विचों जिहड़ा सब तो अव्वल उन्होंने जिहड़ी इंपॉर्टेंस या तरजीह दी कि असी कोविड दे जिहड़ी महामारी है, कोविड दी महामारी चों अमरीका दे लोकां नूं और अमरीका दी इकोनॉमी नूं असी बाहर किवें कढना है। और उहदा जिहड़ा 5 नुकाती प्रोग्राम का सब तो अव्वल नुकता है वो है कि एग्रीकल्चर सैक्टर है, ਇਹਦੇ ਵਿੱਚ फैडरल ਜਿਹੜੀ इन्वेस्टमेंट है, फैडरल स्पेंडिंग है, ਇਹਨੂੰ ਦੁੱਗਣਾ ਤਿੱਗਣਾ ਕੀਤਾ ਜਾਣਾ। ਜੋ ਬਾਈਡਨ ਨੇ ਅੱਜ ਤੋਂ 4 दिन ਪਹਿਲਾਂ ਜਿਹੜਾ ਪਹਿਲਾ ਪ੍ਰੋਗਰਾਮ ਆਪਣਾ ਬਣਾਇਆ ਉਹਦੇ 'ਚ ਉਹਨਾਂ ਨੇ ਖੁਲਾਸਾ ਕੀਤਾ ਕਿ ਅਮਰੀਕਾ ਦੇ ਵਿੱਚ 3 ਕਰੋੜ ਇਨਸਾਨ ਐਸੇ ਹੈ ਜਿਹੜੇ ਕਿ ਅੱਜ ਭੁੱਖਮਰੀ ਦਾ ਸ਼ਿਕਾਰ ਹੈ। ਔਰ ਇਸ 3 ਕਰੋੜ ਇਨਸਾਨ ਦੇ ਵਿੱਚੋਂ 1 ਕਰੋੜ ਬੱਚੇ ਹੈ ਜਿਹੜੇ ਕਿ ਛੋਟੀ 12 ਸਾਲ ਦੀ ਉਮਰ 'ਚ ਹੈ। ਔਰ ਉਹਨਾਂ ਨੇ ਐਗਰੀਕਲਚਰ ਡਿਪਾਰਟਮੈਂਟ ਨੂੰ ਹਦਾਇਤ ਕੀਤੀ ਹੈ ਕਿ ਫੂਡ ਸਿਕਿਉਰਿਟੀ ਦੇ ਇਤਬਾਰ ਨਾਲ ਤੁਸੀਂ ਅਮਰੀਕਾ ਦੇ ਲੋਕਾਂ ਨੂੰ ਜੇ ਕਾਰੋਬਾਰ ਵਪਾਰ ਜਿਹੜਾ ਹੈ ਇਹਨੂੰ ਤੁਸੀਂ ਅੱਗੇ ਲੈ ਕੇ ਜਾਣਾ ਹੈ ਤੇ ਜਿਹੜੇ ਲੋਕਾਂ ਕੋਲੇ ਅੱਜ ਖਾਣ ਨੂੰ ਰੋਟੀ ਹੈ ਨਹੀਂ, ਔਰ ਜੇ ਅਮਰੀਕਾ ਦੇ ਵਿੱਚ 3 ਕਰੋੜ ਲੋਕ ਜਿਹੜੇ ਹੈ ਉਹ ਬਿਨਾਂ ਉਹ ਭੁੱਖਮਰੀ ਦਾ ਸ਼ਿਕਾਰ ਹੈ, ਤਾਂ ਮੇਰਾ ਅੰਦਾਜ਼ਾ ਹੈ ਕਿ ਅੱਜ ਭਾਰਤ ਦੇ ਵਿੱਚ ਘੱਟੋ ਘੱਟ 20 ਕਰੋੜ ਲੋਕ ਐਸੇ ਹੋਣੇ ਜਿਹੜੇ ਖਤੇ ਗੁਰਬਤ ਤੋਂ ਥੱਲੇ ਹੋਣੇ। ਔਰ ਚਾਹੀਦਾ ਤਾਂ ਇਹ ਸੀ ਕਿ ਐਗਰੀਕਲਚਰ ਦੇ ਵਿੱਚ ਫੈਡਰਲ ਜਾਂ ਸੈਂਟਰਲ ਇਨਵੈਸਟਮੈਂਟਸ ਜਿਹੜੀਆਂ ਔਰ ਸੈਂਟਰਲ ਹੈਲਪ ਜਿਹੜੀ ਹੈ ਇਹ ਦੁੱਗਣੀ ਤਿੱਗਣੀ ਕੀਤੀ ਜਾਂਦੀ, ਕਿਉਂਕਿ ਇਸ ਪੂਰੇ ਦੁਨੀਆ ਦਾ ਜਿਹੜਾ ਇਕਨੋਮਿਕ ਮਾਡਲ ਹੈ ਜਿਹਨੂੰ ਪ੍ਰਾਇਮਰੀ ਸੈਕਟਰ ਕਹਿੰਦੇ ਆ, ਪ੍ਰਾਇਮਰੀ ਸੈਕਟਰ ਕਹਿੰਦੇ ਐਗਰੀਕਲਚਰ ਨੂੰ, ਸੈਕੰਡਰੀ ਸੈਕਟਰ ਕਹਿੰਦੇ ਆ ਇੰਡਸਟਰੀ ਨੂੰ ਜਾਂ ਮੈਨੂਫੈਕਚਰਿੰਗ ਨੂੰ, ਔਰ ਟਰਸ਼ਰੀ ਸੈਕਟਰ ਕਹਿੰਦੇ ਸਰਵਿਸ ਇੰਡਸਟਰੀ ਨੂੰ। ਜਦੋਂ ਕੋਵਿਡ ਦੀ ਮਹਾਮਾਰੀ ਆਈ, ਲੋਕਡਾਊਨ ਆਇਆ, ਤਾਂ ਸਰਵਿਸ ਸੈਕਟਰ ਤਾਂ ਬਿਲਕੁਲ ਖਤਮ ਹੋ ਗਿਆ ਸੀ, ਰੁਕ ਗਿਆ ਸੀ, ਕਿਉਂਕਿ ਮੈਨੂਫੈਕਚਰਿੰਗ ਰੁਕੀ, ਸਰਵਿਸ ਸੈਕਟਰ ਮੁੱਕ ਗਿਆ, ਔਰ ਸਰਵਿਸ ਸੈਕਟਰ ਮੁੱਕ ਗਿਆ ਤਾਂ ਹਿੰਦੁਸਤਾਨ ਦਾ ਜਿਹੜਾ ਅਰਥਚਾਰਾ ਹੈ ਉਹ ਖਤਮ ਹੋ ਗਿਆ। ਸਿਰਫ ਇੱਕ ਸੈਕਟਰ ਜਿਹੜਾ ਹੈ ਉਹ ਚੱਲਿਆ, ਉਹ ਪ੍ਰਾਇਮਰੀ ਸੈਕਟਰ ਸੀ। ਔਰ ਬਾਵਜੂਦ ਕੋਵਿਡ ਦੇ ਇੰਡੀਆ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਰਿਕਾਰਡ ਪ੍ਰੋਡਕਸ਼ਨ ਹੋਈ ਹੈ। ਔਰ ਇਸ ਰਿਕਾਰਡ ਪ੍ਰੋਡਕਸ਼ਨ ਲਈ ਕਿੱਥੇ ਤਾਂ ਅਸੀਂ ਸੋਚਦੇ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਸ਼ਾਬਾਸ਼ੀ ਮਿਲੇਗੀ ਜਾਂ ਉਹਨਾਂ ਦੀ
ਗੁਲਪੋਸ਼ੀ ਕੀਤੀ ਜਾਏਗੀ, ਪਰ ਮੈਂ ਸਮਝਦਾ ਕਿ ਨਮਕ ਪੋਸ਼ੀ ਦਾ ਕੰਮ ਹੋਇਆ, ਜਿਹੜੇ ਕਿ ਇਹ 3 ਕਾਨੂੰਨ ਜਿਹੜੇ ਹੈ ਇਹ ਕੋਵਿਡ ਦੇ ਦੌਰਾਨ ਇਹ ਆਰਡੀਨੈਂਸ ਦੀ ਸ਼ਕਲ 'ਚ, ਮਤਲਬ ਬਿਨਾਂ ਸੋਚੇ ਸਮਝੇ, ਬਿਨਾਂ ਸਿਲੈਕਟ ਕਮੇਟੀ ਨੂੰ ਦਿੱਤੇ ਹੋਏ ਇਹ ਨਿਕਲੇ ਹੈ। ਔਰ ਮੈਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹਦਾ ਜਿਹੜਾ ਹੱਲ ਮੈਂ ਸਮਝ ਰਿਹਾ ਉਹ ਹੱਲ ਇਹੀ ਹੈ ਕਿ ਇਹ ਕਾਨੂੰਨ ਜਿਹੜੇ ਹੈ ਇਹ ਵਾਪਸ ਲਿੱਤੇ ਜਾਣ, ਔਰ ਕਾਨੂੰਨ ਵਾਪਸ ਲੈਣ ਦੇ ਨਾਲ ਨਾਲ ਇੰਡੀਆ ਦਾ ਜਿਹੜਾ ਐਗਰੀਕਲਚਰ ਸੈਕਟਰ ਹੈ ਉਹਦੇ ਵਿੱਚ ਸੈਂਟਰਲ ਇਨਵੈਸਟਮੈਂਟ ਜਿਹੜੀ ਹੈ ਉਹ ਤਗੜੀ ਕੀਤੀ ਜਾਵੇ, ਤਾਂ ਕਿ ਹਿੰਦੁਸਤਾਨ ਦਾ ਜਿਹੜਾ ਅਰਥਚਾਰਾ ਹੈ, ਉਹ ਕਾਰੋਬਾਰ ਦਾ ਚਾਰਾ ਹੈ, ਆਪਣੀ ਜਿਹੜਾ ਪਹੀਆ ਹੈ ਉਹ ਤੇਜ਼ੀ ਨਾਲ ਚੱਲ ਸਕੇ। ਸੋ ਔਰ ਮੈਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਸ ਇੱਕ ਗੱਲ ਦੀ ਹੋਰ ਵਜ਼ਾਹਤ ਕਰੂੰਗਾ ਕਿ ਕੱਲ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਹਾਈ ਪਾਵਰਡ ਕਮੇਟੀ ਬਣੀ ਸੀ, ਔਰ ਉਸ ਹਾਈ ਪਾਵਰਡ ਕਮੇਟੀ ਨੇ ਔਰ ਉਹਦੇ ਵਿੱਚ ਪੰਜਾਬ ਦੇ CM ਔਰ ਪੰਜਾਬ ਦਾ ਫਾਈਨੈਂਸ ਮਿਨਿਸਟਰ, ਔਰ ਕਿਸੇ ਵਜ੍ਹਾ ਨਾਲ ਪੰਜਾਬ ਜਿਹੜਾ ਹੈ ਇਹ ਜਦੋਂ ਹਾਈ ਪਾਵਰਡ ਕਮੇਟੀ 'ਚ ਗਿਆ ਤਾਂ ਉਹਨਾਂ ਨੇ ਜੋ ਆਰਡੀਨੈਂਸਸ ਜਾਂ ਜੋ ਕੋਈ ਵੀ ਸਿਫਾਰਸ਼ਾਤ ਉਸ ਹਾਈ ਪਾਵਰਡ ਕਮੇਟੀ ਦੀਆਂ ਸੀਗੀਆਂ ਤਾਂ ਉਹ ਪੰਜਾਬ ਉਹਨਾਂ ਨਾਲ ਰਜ਼ਾਮੰਦ ਸੀ ਜਾਂ ਮੁਤਫਿਕ ਸੀਗਾ। ਤਾਂ ਇੱਕ ਮਤਲਬ ਮੇਰਾ ਹਰੇਕ ਬੰਦੇ ਦਾ ਆਪਦਾ ਇੱਕ ਫਿਤਰਤ ਹੁੰਦੀ ਹੈ, ਤਾਂ ਮੈਂ ਕੋਈ ਬਹੁਤੇ ਸਖਤ ਲਫ਼ਜ਼ ਦਾ ਇਸਤੇਮਾਲ ਨਹੀਂ ਕਰਦਾ, ਪਰ ਮੈਂ ਸਮਝਦਾ ਕਈ ਵਾਰੀ ਜਿਨ੍ਹਾਂ ਨੂੰ ਕਹਿੰਦੇ ਕਿ ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਜਾਂ ਇਸ ਗੱਲ ਦਾ ਸਮਝ ਨਾ ਹੋਵੇ ਤਾਂ ਉਹ ਇਹ ਲੋਕ ਕੋਈ ਇਹੋ ਜਿਹੀ ਗੱਲ ਕਹਿ ਸਕਦੇ। ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜੀ ਪੰਜਾਬ ਦੇ ਵਿੱਚ ਐਗਰੀਕਲਚਰ ਖਰੀਦ ਦਾ ਮਾਰਕੀਟਿੰਗ ਦਾ ਜਿਹੜਾ ਸਿਸਟਮ ਚੱਲ ਰਿਹਾ ਉਹ APMC ਜਿਹੜਾ ਐਕਟ ਹੈ ਉਹਦੇ ਤਹਿਤ ਚੱਲ ਰਿਹਾ, ਔਰ ਪੰਜਾਬ ਨੂੰ ਕਮੋ ਪੇਸ਼ ਹਰ ਸਾਲ ਤਕਰੀਬਨ 4000 ਕਰੋੜ ਦੀ ਮੰਡੀ ਟੈਕਸ ਤੇ ਰੂਰਲ ਡਿਵੈਲਪਮੈਂਟ ਫੀ ਜਿਹੜੀ ਹੈ ਇਸ ਸਿਸਟਮ ਦੇ ਜ਼ਰੀਏ ਇਹ ਪੰਜਾਬ ਨੂੰ ਮਿਲਦੀ ਹੈ। ਤਾਂ ਕੋਈ ਅਕਲ ਦਾ ਅੰਨਾ ਹੋ ਸਕਦਾ ਹੈ ਜਾਂ ਅਕਲ ਦਾ ਦੁਸ਼ਮਣ ਹੋ ਸਕਦਾ ਹੈ, ਉਹ ਪੰਜਾਬ ਸਰਕਾਰ ਤਾਂ ਨਹੀਂ ਹੋ ਸਕਦੀ ਕਿ ਜਿਹੜੀ ਇਸ ਸਿਸਟਮ ਤੇ ਰਜ਼ਾਮੰਦ ਹੋ ਜੂਗੀ। ਦੂਸਰਾ ਹੈ ਕਿ ਹਾਜ਼ਰੀਨ, ਜਿਹੜੇ ਹਾਈ ਪਾਵਰਡ ਕਮੇਟੀ ਦੀਆਂ ਮੀਟਿੰਗਸ ਹੁੰਦੀਆਂ, ਇਹਦੀ ਮੀਟਿੰਗ ਦੇ ਜਿਹੜੇ ਇੱਕ ਲਫ਼ਜ਼ ਜਿਹੜਾ ਬੋਲਿਆ ਜਾਂਦਾ ਹੈ, ਕੋਈ ਵੀ ਬੋਲਦਾ ਹੈ ਤਾਂ ਉਹਦੇ ਮਿੰਟਸ ਜਿਹੜੇ ਤਿਆਰ ਕੀਤੇ ਜਾਂਦੇ, ਔਰ ਇਹ ਮਿੰਟਸ ਜਿਹੜੇ ਹੈ ਇਹ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੇ ਹੈ। ਔਰ ਕਿਦੋਂ ਦੇ ਆ ਚੁੱਕੇ ਹੈ? ਇਹ ਸਤੰਬਰ ਦੇ ਆ ਚੁੱਕੇ ਹੈ, ਔਰ ਸਤੰਬਰ ਤੋਂ ਉਹ ਮੀਟਿੰਗਸ ਜਿਹੜੀਆਂ ਹੋਈਆਂ ਔਰ ਪੰਜਾਬ ਸਰਕਾਰ ਦੀ ਜਿਹੜੀ ਚਿੱਠੀ ਗਈ ਹੈ ਗਵਰਨਮੈਂਟ ਆਫ ਇੰਡੀਆ ਨੂੰ, ਉਹ ਵੀ ਮੰਜ਼ਰੇ ਆਮ ਤੇ ਜਾਂ ਪਬਲਿਕ ਡੋਮੇਨ 'ਚ ਉਹ ਆ ਚੁੱਕੀ ਹੈ। ਪੰਜਾਬ ਦੀਆਂ ਕੀ ਸਿਫਾਰਸ਼ਾਤ ਸੀ ਔਰ ਜਿਹੜਾ ਬੰਬੇ ਦੀ ਮੀਟਿੰਗ ਸੀ ਉਹਦੇ ਵਿੱਚ ਮੈਂ ਕੀ ਬੋਲਿਆ ਉਹ ਵੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੇ ਕੇ ਗਿਆ ਸੀ, ਔਰ ਅੰਗਰੇਜ਼ੀ 'ਚ ਤੁਸੀਂ ਇਹਨੂੰ ਪੜ੍ਹ ਸਕਦੇ ਆ। ਬਟ ਇਹ ਵਾਰੀ-ਵਾਰੀ ਇਹ ਗੱਲ ਕਹਿਣੀ ਕਿ ਕਾਂਗਰਸ ਪਾਰਟੀ ਜਿਹੜੀ ਹੈ, ਕਾਂਗਰਸ ਪਾਰਟੀ ਇਹਦੇ ਨਾਲ ਰਜ਼ਾਮੰਦ ਹੈ, ਤਾਂ ਮੈਂ ਸਮਝਦਾ ਕਿ ਇੱਕ ਵਾਰੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਨਾ ਸਮਝੀ ਦੇ ਕਾਰਨ ਹੋ ਸਕਦਾ ਹੈ ਜਾਂ ਕਿਸੇ ਨੂੰ ਘੱਟ ਗਿਆਨ ਹੋ ਸਕਦਾ ਹੈ। ਪਰ ਇਹ ਜਦੋਂ ਵਾਰੀ-ਵਾਰੀ ਰਿਪੀਟ ਹੋ ਰਿਹਾ ਤਾਂ ਮੈਨੂੰ ਇਸ ਗੱਲ ਦਾ ਸ਼ੱਕ ਸ਼ੁਬਾ ਪੈਂਦਾ ਕਿ ਇਹ ਜਿਹੜੀ ਕਿਸਾਨ ਮੂਵਮੈਂਟ ਹੈ ਇਹਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਲਿਟਿਕਸ ਦੀ ਖਾਤਰ, ਕਿ ਜੇ ਸਿਆਸੀ ਜਮਾਤਾਂ ਇਹ ਦੂਸ਼ਣ ਲਾਉਣ ਕਿ ਪੰਜਾਬ ਸਰਕਾਰ ਜਿਹੜੀ ਹੈ, ਕਿਉਂਕਿ ਜੇ ਕੋਈ ਇਸ ਗੱਲ ਨਾਲ ਇੱਕ ਕਿਸਮ ਦਾ ਪੀੜਤ ਕਹਿ ਸਕਦੇ ਇਹਨਾਂ ਕਾਨੂੰਨਾਂ ਨਾਲ, ਜੇ ਇੱਕ ਸੂਬਾ ਕੋਈ ਪੀੜਤ ਹੈ ਤਾਂ ਉਹ ਪੰਜਾਬ ਹੈ, ਕਿਉਂਕਿ ਪੰਜਾਬ ਦੇ ਵਿੱਚ ਕੀ ਕਹਿੰਦੇ ਓਪਨ ਐਂਡਡ ਪ੍ਰੋਕਿਉਰਮੈਂਟ ਹੋ ਰਹੀ ਹੈ। ਇੱਕ ਦਾਣਾ ਜਿਹੜਾ ਹੈ ਅਨਾਜ ਦਾ ਉਹ ਚੱਕਿਆ ਜਾ ਰਿਹਾ, ਉਹਦੀ ਜਿਹੜੀ ਹੈ ਰੂਰਲ ਡਿਵੈਲਪਮੈਂਟ ਫੀਸ ਮਿਲ ਰਹੀ ਹੈ। ਤਾਂ ਕੋਈ ਸਰਕਾਰ ਜਿਹੜੀ ਹੈ ਇਸ ਤੋਂ ਹਟ ਕੇ ਜੇ ਕੋਈ ਕਾਨੂੰਨ ਬਣਦਾ ਹੈ ਤਾਂ ਹਿੰਦੁਸਤਾਨ ਦੀ ਕੋਈ ਹੋਰ ਸਰਕਾਰ ਤਾਂ ਰਜ਼ਾਮੰਦ ਹੋ ਸਕਦੀ ਹੈ, ਪੰਜਾਬ ਇਹਦੇ ਵਿੱਚ ਕਿਵੇਂ ਰਜ਼ਾਮੰਦ ਹੋ ਸਕਦਾ ਹੈ? ਔਰ ਮੇਰੇ ਨਾਲੋਂ ਸ਼ਾਇਦ ਜਿਹੜੇ ਤੁਹਾਡੇ ਸੁਣਨ ਵਾਲੇ ਆ ਜਾਂ ਤੁਸੀਂ ਜਿਹੜੇ ਇੱਥੇ ਪੱਤਰਕਾਰ ਬੈਠੇ ਹੋ ਜਾਂ ਤਰਜ਼ੀਆਕਾਰ ਬੈਠੇ ਹੋ, ਤੁਹਾਨੂੰ ਇਸ ਗੱਲ ਦਾ ਇਲਮ ਹੋਏਗਾ ਕਿ ਸਿਰਫ
ਹਿੰਦੁਸਤਾਨ ਦੇ ਵਿੱਚ ਇੱਕ ਸਟੇਟ ਹੈ ਔਰ ਉਹ ਸਟੇਟ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਚਲਾ ਰਹੀ ਹੈ, ਜਿਹਦੇ ਵਿੱਚ ਕਿ ਜੇ ਕੋਈ ਕਿਸਾਨ ਦਿੱਲੀ ਬਾਰਡਰ ਤੇ ਜਾਂ ਕਿਸੇ ਸੰਘਰਸ਼ ਦੇ ਵਿੱਚ ਉਹਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ 5 ਲੱਖ ਰੁਪਏ ਦੀ ਕੰਪਨਸੇਸ਼ਨ ਜਿਹੜੀ ਹੈ, ਮੁਆਵਜ਼ਾ ਉਸ ਕਿਸਾਨ ਨੂੰ ਦਿੱਤਾ ਜਾਂਦਾ ਹੈ। ਹਿੰਦੁਸਤਾਨ ਦੇ ਕਿਸੇ ਸਟੇਟ ਦੇ ਵਿੱਚ ਇਹ ਕੰਪਨਸੇਸ਼ਨ ਨਹੀਂ ਦਿੱਤੀ ਜਾਂਦੀ। ਪੰਜਾਬ ਹਿੰਦੁਸਤਾਨ ਦਾ ਵਾਹਦ ਤੇ ਇਕੱਲਾ ਸਟੇਟ ਹੈ ਜਿੱਥੇ ਜੇ ਕਿਸੇ ਕਿਸਾਨ ਦੀ ਸੰਘਰਸ਼ ਦੇ ਵਿੱਚ ਮੌਤ ਹੋਈ ਹੈ ਤਾਂ ਸਰਕਾਰਾਂ ਨੇ ਇੱਕ ਸਰਕਾਰੀ ਨੌਕਰੀ ਦਾ ਵੀ ਐਲਾਨ ਕੀਤਾ ਹੈ। ਹੋਰ ਕਿਸੇ ਸਟੇਟ ਦੇ ਵਿੱਚ ਪੰਜਾਬ ਵਾਹਦ ਸਟੇਟ ਹੈ ਜਿੱਥੇ 2 ਲੱਖ ਰੁਪਏ ਤੱਕ ਦੀ ਕਰਜ਼ ਮਾਫੀ ਜਿਹੜੀ ਹੈ ਹੋ ਚੁੱਕੀ ਹੈ। ਔਰ ਤੁਹਾਡੇ ਸ਼ਾਇਦ ਸੁਣਨ ਵਾਲਿਆਂ ਨੂੰ ਔਰ ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰ ਹੈ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਨਾਂ ਪਤਾ ਹੋਊਗਾ ਕਿ ਦਿੱਲੀ ਬਾਰਡਰ ਤੋਂ ਪਹਿਲਾਂ 43 ਦਿਨ ਪੰਜਾਬ ਦੇ ਵਿੱਚ ਵੀ ਸੰਘਰਸ਼ ਜਿਹੜਾ ਹੈ ਕਿਸਾਨ ਜਥੇਬੰਦੀਆਂ ਦਾ ਚੱਲਿਆ ਸੀ। ਔਰ ਸ਼ਾਇਦ ਤੁਸੀਂ ਮੇਰੀ ਗਵਾਹੀ ਇਸ ਗੱਲ ਤੇ ਭਰ ਸਕਦੇ ਹੋ ਕਿ ਕਿਸੇ ਇੱਕ ਬੰਦੇ ਨੂੰ ਸੋਟੀ ਵੀ ਨਹੀਂ ਵੱਜੀ, ਕਿਸੇ ਇੱਕ ਬੰਦੇ ਨੂੰ ਕਿਤੇ ਤੱਤੀ ਹਵਾ ਵੀ ਨਹੀਂ। ਪੰਜਾਬ ਸਰਕਾਰ ਵੱਲੋਂ ਜੇ ਵੈਸੇ ਕੋਈ ਹਾਦਸੇ 'ਚ ਕੋਈ ਨੁਕਸਾਨ ਹੋ ਗਿਆ ਤਾਂ ਉਹਦਾ ਮੈਂ ਕਹਿ ਨਹੀਂ ਸਕਦਾ, ਪਰ ਪੰਜਾਬ ਸਰਕਾਰ ਵੱਲੋਂ ਕਿਸਾਨ ਦੇ ਜਿਹੜੇ ਮੁਫਾਦਾਤ ਹੈ ਉਹਦੀ ਸੁਰੱਖਿਆ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਗਈ। ਔਰ ਪੰਜਾਬ ਜਿਹੜਾ ਹੈ ਉਹ ਪਹਿਲਾ ਸੂਬਾ ਸੀ ਜਿਹਨੇ ਕਿ ਕਿਸਾਨ ਜਿਹੜੇ ਇਹ ਬਿੱਲ ਇਹਨਾਂ ਨੇ ਐਗਰੀਕਲਚਰ ਬਿੱਲ 3 ਲੈ ਕੇ ਆਏ ਹੈ। ਜੇ ਕਿਸੇ ਅਸੈਂਬਲੀ ਨੇ ਰੱਦ ਕੀਤੇ ਹੈ ਤਾਂ ਉਹ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ। ਤਾਂ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਭਰੋਸਾ ਦਿਵਾਉਣਾ ਚਾਹੁੰਦਾ ਕਿ ਪੰਜਾਬੀਓ, ਇਹ ਪਹਿਲੀ ਮਰਤਬਾ ਨਹੀਂ ਹੈ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਮੁਫਾਦ ਦੀ ਹਿਫਾਜ਼ਤ ਕੀਤੀ ਹੈ। ਪਹਿਲਾਂ ਜਦੋਂ 2002 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਤਾਂ SYL ਦਾ ਜਿਹੜਾ ਮਸਲਾ ਸੀਗਾ ਉਹ ਸੁਪਰੀਮ ਕੋਰਟ ਦੇ ਜ਼ਰੀਏ ਉਹ ਪੰਜਾਬ ਦੇ ਖਿਲਾਫ ਹੋ ਗਿਆ ਸੀ। ਔਰ ਜਿਹੜੀ ਇਹ ਵਿਗੜੀ ਹੋਈ ਬਾਤ ਸੀਗੀ, ਜੇ ਕਿਸੇ ਨੇ ਇਹਨੂੰ ਸਵਾਰਿਆ ਔਰ ਜਿਹੜਾ ਪੰਜਾਬ ਰਿਵਰ ਵਾਟਰ ਐਕਟ ਜਿਹੜਾ ਬਣਿਆ ਔਰ ਜਿਹਦੇ ਨਾਲ SYL ਦਾ ਪਾਣੀ ਉਹ ਪੰਜਾਬ 'ਚ ਰਹਿ ਗਿਆ ਤਾਂ ਉਹ ਵੀ ਕਾਂਗਰਸ ਪਾਰਟੀ ਤੇ ਕੈਪਟਨ ਸਾਹਿਬ ਦੇ ਜ਼ਰੀਏ ਹੋਇਆ ਸੀ। ਔਰ ਅੱਜ ਵੀ ਜਿਹੜੇ ਖੇਤੀਬਾੜੀ ਦੇ ਕਾਨੂੰਨ ਹੈ ਔਰ ਜਿਹੜੀ ਭਾਰਤ ਸਰਕਾਰ ਅੱਜ ਮੈਂ ਸਮਝਦਾ ਇੱਕ ਪ੍ਰੈਸ਼ਰ ਦੇ ਵਿੱਚ ਤਾਂ ਜ਼ਰੂਰ ਹੈ, ਇਹ ਜ਼ਿੱਦ ਤੇ ਅੜੀ ਹੋਈ ਹੈ, ਈਗੋ ਜਾਂ ਪ੍ਰੈਸਟੀਜ ਤੇ ਅੜੀ ਹੋਈ, ਇਹ ਅੱਡ ਗੱਲ ਹੈ, ਬਟ ਮੇਰਾ ਦਿਲ ਮੰਨਦਾ ਕਿ ਉਹ ਇਸ ਪ੍ਰੈਸ਼ਰ ਦੇ ਵਿੱਚ ਹੈ। ਔਰ ਇਹ ਪ੍ਰੈਸ਼ਰ ਜਿਹੜਾ ਹੈ ਇਹ ਪੰਜਾਬ ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਉਹਦੀ ਵਜ੍ਹਾ ਨਾਲ ਹੀ ਹੈ। ਵਰਨਾ ਐਡਾ ਵੱਡਾ ਮੂਵਮੈਂਟ ਜਿਹੜਾ ਖੜਾ ਹੋਇਆ, ਜੇ ਸਰਕਾਰ ਉਹਦੇ ਖਿਲਾਫ ਹੁੰਦੀ ਕਿਸੇ ਵਜ੍ਹਾ ਨਾਲ ਜਾਂ ਇਹਨਾਂ ਕਾਨੂੰਨਾਂ ਦੇ ਹੱਕ 'ਚ ਹੁੰਦੀ ਤਾਂ ਇਹਨਾਂ ਹੋਣਾ ਬੜਾ ਮੁਸ਼ਕਿਲ ਸੀਗਾ। ਸੋ ਮੈਂ ਅੱਜ ਜਿੱਥੇ ਤੁਹਾਨੂੰ ਅੱਜ ਦਾ ਪ੍ਰੈਸ ਸਟੇਟਮੈਂਟ ਜਿਹੜਾ ਲਿਖਤੀ ਜਿਹੜਾ ਤਹਿਰੀਰੀ ਹੈ ਉਹ ਵੀ ਤੁਹਾਨੂੰ ਦੇ ਕੇ ਜਾਊਂਗਾ। ਔਰ ਇਹਦੇ ਨਾਲ ਮੈਂ ਜਿਹੜੇ ਮਿੰਟ ਸੀਗੇ ਉਸ ਹਾਈ ਪਾਵਰਡ ਕਮੇਟੀ ਮੀਟਿੰਗ ਦੇ ਔਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਮੈਂ ਸਮਝਦਾ ਕਿਉਂਕਿ ਉਹ ਦਿੱਲੀੋਂ ਆਏ ਹੈ ਔਰ ਦਿੱਲੀ ਦੇ ਵਿੱਚ ਐਗਰੀਕਲਚਰ ਨਾਲ ਉਹਨਾਂ ਦਾ ਵਾਸਤਾ ਨਹੀਂ, ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਘੱਟ ਇਲਮੀ ਦੇ ਕਰਕੇ ਉਹਨਾਂ ਨੇ ਬਿਆਨ ਦਿੱਤਾ ਹੋਵੇ। ਉਹਨਾਂ ਨੂੰ ਪਤਾ ਨਹੀਂ ਕਿ ਸਟੇਟ ਦਾ ਜਿਹੜਾ ਹੈ ਕਿੱਡਾ ਵੱਡਾ ਨੁਕਸਾਨ ਹੈ। ਕਿਸਾਨ ਦਾ ਤਾਂ ਹੋਣਾ ਹੀ ਹੋਣਾ, ਪੰਜਾਬ ਸਟੇਟ ਦਾ ਵੀ ਬੜਾ ਵੱਡਾ ਨੁਕਸਾਨ। ਮੰਤਰੀ ਜੀ, ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਵੀ ਕਹਿ ਰਹੇ ਨੇ ਕਿ ਕਾਂਗਰਸ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ ਹੁੰਦਾ ਤਾਂ ਇਹ ਕਾਨੂੰਨ ਬਣਦੇ ਹੀ ਨਹੀਂ ਸੀ। ਜੇ ਸੁਖਬੀਰ ਸਿੰਘ ਤੇ ਉਹਨਾਂ ਦੀ ਪਾਰਟੀ ਜਿਸ ਦਿਨ ਆਰਡੀਨੈਂਸ ਬਣ ਰਿਹਾ ਸੀ, ਜੇ ਉਸ ਦਿਨ ਹੀ ਅਸਤੀਫਾ ਦੇ ਦਿੰਦੇ ਜਾਂ ਉਸੇ ਦਿਨ ਇਹਦੀ ਵਿਰੋਧਤਾ ਕਰ ਦਿੰਦੇ, ਸ਼ਾਇਦ ਕਾਨੂੰਨ ਹੀ ਨਾ ਬਣਦੇ। ਔਰ ਸਭ ਮੈਂ ਫਿਰ ਕਹਿੰਦਾ, ਮੈਂ ਜ਼ਾਤੀ ਮਤਲਬ ਤਨਕੀਦ ਜਾਂ ਜ਼ਾਤੀ ਕ੍ਰਿਟਿਸਿਜ਼ਮ ਮੈਂ ਕਿਸੇ ਤੇ ਕਰਨਾ ਮੇਰੀ ਆਦਤ ਨਹੀਂ ਹੈ, ਬਟ ਮੈਂ ਇੱਕ ਚੀਜ਼ ਜ਼ਰੂਰ ਕਹਿ ਸਕਦਾ ਕਿ ਅਕਾਲੀ ਦਲ ਦੇ ਜਿਹੜੇ ਨੇਤਾ ਹੈ ਜਿਹੜੇ ਅੱਜ ਦੇ, ਉਹਨਾਂ 'ਚ ਦੋ ਗੱਲਾਂ ਮੈਨੂੰ ਗੈਰ ਹਾਜ਼ਰ ਨਜ਼ਰ ਆਉਂਦੀਆਂ। ਇੱਕ ਫਿਕਰ ਤੇ ਇੱਕ ਫਰਜ਼।
ਇਹ ਮੈਨੂੰ ਅਕਾਲੀ ਦਲ ਦੇ ਵਿੱਚੋਂ ਗੈਰ ਹਾਜ਼ਰ ਨਜ਼ਰ ਆਉਂਦਾ, ਵਰਨਾ ਉਹ ਐਸਾ ਬਿਆਨ ਉਹਨਾਂ ਨੇ ਦੇਣਾ ਨਹੀਂ ਸੀ। ਸਰ ਕਿਸਾਨ ਕੱਲ ਟਰੈਕਟਰ ਮਾਰਚ ਕਰਨ ਜਾ ਰਹੇ ਨੇ ਤੇ ਨਰਿੰਦਰ ਤੋਮਰ ਦਾ ਹੁਣ ਥੋੜੀ ਦੇਰ ਪਹਿਲਾਂ ਹੀ ਬਿਆਨ ਹੈ ਜਿਹੜੇ ਕਾਨੂੰਨ ਹੈ ਇਹ ਫਾਇਦੇਮੰਦ ਹੈ, ਅਜੇ ਵੀ ਕੇਂਦਰ ਸਰਕਾਰ ਫਾਇਦੇਮੰਦ ਗਿਣਾ ਰਹੀ ਹੈ। ਸਭ ਦੇਖੋ ਇਹ ਤਾਂ ਬੜੀ ਵਾਰੀ ਇਹ ਗੱਲ ਕਹਿ ਚੁੱਕੇ ਹੈ ਕਿ ਇਹ ਕਾਨੂੰਨ ਜਿਹੜੇ ਹੈ ਐਂਟੀ ਫਾਰਮਰ ਹੈ, ਐਂਟੀ ਐਗਰੀਕਲਚਰ ਹੈ, ਔਰ ਇਹ ਧਿਆਨ ਨਾਲ ਸੁਣਿਆ ਜੇ, ਇਹ ਐਂਟੀ ਲੌਂਗ ਟਰਮ ਭਾਰਤ ਦੀ ਫੂਡ ਸਿਕਿਉਰਿਟੀ ਹੈ, ਉਹਦੇ ਵੀ ਖਿਲਾਫ ਹੈ। ਔਰ ਸ਼ਾਇਦ ਤੁਹਾਡੇ ਸੁਣਨ ਵਾਲੇ ਨਹੀਂ ਜਾਣਦੇ ਹੋਣੇ ਕਿ ਅੱਜ ਜਿਹੜਾ ਇੰਡੀਆ ਦੀ ਜਿਹੜੀ ਫੂਡ ਸਿਕਿਉਰਿਟੀ ਹੈ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਭੂਟਾਨ, ਇਥੋਪੀਆ, ਇਹ ਸਾਰੇ ਮੁਲਕ ਹੀ ਜਿਹੜੇ ਹੈ ਇੰਡੀਆ ਨਾਲੋਂ ਇਹਨਾਂ ਦੀ ਫੂਡ ਸਿਕਿਉਰਿਟੀ ਬੈਟਰ ਹੈ। ਮਤਲਬ ਮੇਰਾ ਕਹਿਣ ਦਾ ਮਤਲਬ ਉਹਨਾਂ ਮੁਲਕਾਂ 'ਚ ਭੁੱਖਮਰੀ ਘੱਟ ਹੈਗੀ। ਹਿੰਦੁਸਤਾਨ 'ਚ ਇਹ ਜੇ ਭੁੱਖਮਰੀ ਇਹ ਵੀ ਚੱਲ ਰਹੀ ਹੈ, ਔਰ ਇਹ ਇੰਟਰਨੈਸ਼ਨਲ ਸਰਵੇ ਹੈ। ਸੋ ਮੇਰਾ ਕਹਿਣ ਦਾ ਮਤਲਬ ਵੀ ਇਹ ਕਾਨੂੰਨ ਜਿਹੜੇ ਹੈ ਇਹਨਾਂ ਨੇ ਮੁਲਕ ਨੂੰ ਔਰ ਮੁਲਕ ਦੀ ਫੂਡ ਸਿਕਿਉਰਿਟੀ ਨੂੰ ਪਟੜੀ ਤੋਂ ਲਾ ਦੇਣਾ ਹੈ, ਔਰ ਇਹਦੇ ਅਸਰਾਤ ਜਿਹੜੇ ਹੈ ਅੱਜ ਨਹੀਂ, ਅੱਜ ਤੋਂ 2 ਸਾਲ 4 ਸਾਲ 5 ਸਾਲ ਬਾਅਦ ਆਉਣਗੇ। ਔਰ ਜਿਹੜੀ ਚੀਜ਼ ਪਿਛਲੇ 50 ਸਾਲ ਦੀ ਸੁਥਰੇ ਢੰਗ ਨਾਲ ਚੱਲ ਰਹੀ ਹੈ, ਜਿਹਨੇ ਹਿੰਦੁਸਤਾਨ ਨੂੰ ਫੂਡ ਸਿਕਿਉਰਿਟੀ ਦੇ ਵਿੱਚ ਆਪਣੇ ਪੈਰਾਂ ਤੇ ਖੜਾ ਕਰਤਾ ਹੈ, ਖੁਦ ਕਫੀਲ ਕਰਤਾ ਹੈ, ਉਹਦੇ ਨਾਲ ਛੇੜਛਾੜ ਕਰਨੀ ਅੱਜ ਜਿਹੜੀ ਹੈ ਮੈਂ ਸਮਝਦਾ ਮੁਨਾਸਿਬ ਨਹੀਂ। ਮਨਪ੍ਰੀਤ ਜੀ, ਸਿੰਘੂ ਬਾਰਡਰ ਤੇ ਰਵਨੀਤ ਬਿੱਟੂ ਤੇ ਕੁਲਬੀਰ ਜੀਰੇ ਤੇ ਹਮਲਾ ਹੋਇਆ। ਸਭ ਮੈਂ ਸਮਝਦਾ ਹੈ ਕਿ ਇਹ ਬੜਾ ਮੰਦਭਾਗਾ ਇਨਸੀਡੈਂਟ ਹੈ, ਔਰ ਜਿਨ੍ਹਾਂ ਨੇ ਵੀ ਕੀਤਾ ਹੈ, ਦੇਖੋ ਮੈਂ ਇਹ ਕਾਂਗਰਸ ਪਾਰਟੀ ਦੇ ਸੰਸਦ ਹੈ, ਕਾਂਗਰਸ ਪਾਰਟੀ ਦੇ ਲੈਜਿਸਲੇਟਰ ਹੈ। ਇੱਕ ਪੰਜਾਬ ਦਾ ਇੱਕ ਕਲਚਰ ਹੈ, ਪੰਜਾਬ ਦਾ ਤਾਂ ਇੱਕ ਕਲਚਰ ਹੈ ਕਿ ਜੇ ਦੁਸ਼ਮਣ ਵੀ ਤੁਹਾਡੇ ਘਰੇ ਆ ਜਾਏ ਨਾ, ਤਾਂ ਦੁਸ਼ਮਣ ਨੂੰ ਵੀ ਬੰਦਾ ਆਪਣੇ ਗਲੇ ਨਾਲ ਲਾ ਲੈਂਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜੋ ਦਿੱਲੀ ਸਰਕਾਰ ਹੈ, ਦਿੱਲੀ ਸਰਕਾਰ ਦੇ ਸਾਹਮਣੇ ਜਿਹੜੀ ਪੰਜਾਬੀਆਂ ਦੀ ਯੂਨਿਟੀ ਹੈ ਜਾਂ ਕਿਸਾਨਾਂ ਦੀ ਯੂਨਿਟੀ ਹੈ, ਉਹਨੂੰ ਵੀ ਇੱਕ ਕਿਸਮ ਦੀ ਠੇਸ ਪਹੁੰਚੂਗੀ। ਇਹ ਨਹੀਂ ਹੋਣਾ ਚਾਹੀਦਾ ਸੀ। ਔਰ ਜੇ ਉਹਨਾਂ ਨੇ, ਪਹਿਲੀ ਗੱਲ ਤਾਂ ਉਹਨਾਂ ਨੇ ਕੋਈ ਉੱਥੇ ਗਲਤ ਕੰਮ ਕੀਤਾ ਨਹੀਂ, ਔਰ ਉਹ ਪਿਛਲੇ ਉਹ ਵੀ 43 ਦਿਨਾਂ ਤੋਂ ਉੱਥੇ ਉਹ ਵੀ ਧਰਨੇ 'ਚ ਬੈਠੇ ਹੈ। ਮੈਨੂੰ ਉਹ ਲੱਗਦਾ ਕਿ ਉਹ ਉੱਥੇ ਹਿਮਾਇਤ ਦੇਣ ਗਏ ਹੋਣੇ। ਸਾਨੂੰ ਇਹ ਵੀ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਆਪਣੇ ਸਟੇਜ ਤੇ ਜਾਂ ਆਪਣੇ ਵੈਨਿਊ ਤੇ ਵੈਲਕਮ ਨਹੀਂ ਕਰਾਂਗੇ। ਸੋ ਅਸੀਂ ਇਸ ਗੱਲ ਦਾ ਇਹਤਰਾਮ ਕਰਦੇ ਹਾਂ, ਔਰ ਇਹੀ ਵਜ੍ਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਜਾਂ ਕੋਈ ਹੋਰ ਸਿਆਸੀ ਲੀਡਰ ਜਿਹੜੇ ਹੈ ਉਹ ਸਟੇਜ ਤੇ ਨਹੀਂ ਜਾਂਦੇ। ਵੀ ਰਿਸਪੈਕਟ ਦੈਟ, ਬਟ ਇਹ ਇੱਕ ਦੂਜੇ ਨਾਲ ਉੱਥੇ ਪੱਗਾਂ ਉਤਾਰਨੀਆਂ, ਇੱਕ ਦੂਜੇ ਦੀਆਂ ਪਗੜੀਆਂ ਉਛਾਲਣੀਆਂ, ਇਹਦੇ ਨਾਲ ਕਿਸਾਨ ਮੂਵਮੈਂਟ ਜਾਂ ਦਿੱਲੀ ਸਰਕਾਰ ਦੇ ਸਾਹਮਣੇ ਸਾਨੂੰ ਸ਼ਰਮਿੰਦਗੀ, ਨਾਮੋਸ਼ੀ ਤੇ ਕਮਜ਼ੋਰੀ ਉਠਾਉਣੀ ਪਈ। ਸਰ ਤੁਸੀਂ ਕਿਹਾ ਕਿ ਅੱਜ ਦੇ ਜਿਹੜੇ ਅਕਾਲੀ ਆਗੂ ਨੇ ਉਹਨਾਂ ਤੇ ਫਿਕਰ ਤੇ ਫਰਜ਼ ਦੀ ਘਾਟ ਹੈ, ਕੀ ਵੱਡੇ ਬਾਦਲ ਸਾਹਿਬ ਤੋਂ ਪਾਸੇ ਹਟ ਕੇ? ਵੱਡੇ ਬਾਦਲ ਸਾਹਿਬ ਔਰ ਵੱਡੇ ਤੋਂ ਵੱਡੇ ਜਿਹੜੇ ਅਕਾਲੀ ਹੋਏ ਆ, ਉਹਨਾਂ ਨੇ ਜਿਹੜੀ ਆਜ਼ਾਦੀ ਦੀ ਤਹਿਰੀਕ ਚੱਲੀ ਉਹਦੇ 'ਚ ਬੜੇ ਉਹਨਾਂ ਨੇ ਯੋਗਦਾਨ ਪਾਏ। ਬੜੀ ਦੇਸ਼ ਭਗਤਾਂ ਦੀ ਪਾਰਟੀ ਸੀ, ਬੜਾ, ਔਰ ਜਿਹਨੂੰ ਡੈਮੋਕ੍ਰੈਟਿਕ ਸੱਤਿਆਗ੍ਰਹਿ ਜਿਹੜਾ ਕੀਤਾ ਅਕਾਲੀ ਦਲ। ਪਰ ਜਿਹੜੇ ਅੱਜ ਮੈਂ ਇਹਨਾਂ ਦੇ ਲੀਡਰ ਦੇਖਦਾ, ਇਹਨਾਂ 'ਚ ਮੈਨੂੰ ਫਿਕਰ ਤੇ ਫਰਜ਼ ਜਿਹੜਾ ਗਿਆ। ਵੱਡੇ ਬਾਦਲ ਸਾਹਿਬ ਹੁਣ ਵੀ ਹੈਗੇ ਨੇ ਐਕਟਿਵ ਸਿਆਸਤ ਤੋਂ ਹੁਣ ਬਾਹਰ ਹੀ। ਮਨਪ੍ਰੀਤ ਸਰ, ਜਿਵੇਂ ਆਪ ਵਾਲਿਆਂ ਨੇ ਇੰਨਾ ਵੱਡਾ ਬਿਆਨ ਦਿੱਤਾ ਹੈ, 2-3 ਵਾਰੀ ਉਹਨਾਂ ਦੀ ਇਹ ਸਟੇਟਮੈਂਟ ਆ ਗਈ, ਉਹਦੇ ਤੇ ਹੁਣ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਜਾਂ ਕੋਈ ਕਾਨੂੰਨੀ ਕਾਰਵਾਈ ਜਾਂ ਐਕਸ਼ਨ ਨਹੀਂ ਹੁੰਦਾ, ਬਟ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ? ਦੇਖੋ ਲੱਗਦਾ ਇਹ ਹੈ ਕਿ ਇਹ ਵਾਰੀ, ਕਿਉਂਕਿ ਕਈ ਵਾਰੀ ਸਟੇਟਮੈਂਟ ਆ ਗਈ ਇਹ ਗਵਰਨਮੈਂਟ ਆਫ ਇੰਡੀਆ ਨੂੰ ਜਿਹੜੀ ਖੱਤ ਲਿਖਿਆ ਹੈ ਪੰਜਾਬ ਦਾ, ਇਹਦੇ ਵਿੱਚ ਜਿਹੜੇ ਮਿੰਟਸ ਜਿਹੜੇ ਮੀਟਿੰਗ ਹੈ ਉਹਦੇ ਹੈਗੇ, ਉਹ ਸਾਰੇ ਇਹਦੇ 'ਚ ਆ ਗਏ। ਬਿਲਕੁਲ ਜੀ, ਇਹ ਪਬਲਿਕ ਡਾਕੂਮੈਂਟ ਹੈ। ਪਰ ਇਹ ਵਾਰੀ ਇਸ ਗੱਲ ਤੇ ਪੰਜਾਬ ਦੇ ਕਿਸਾਨਾਂ ਨੂੰ ਡਿਵਾਈਡ ਕਰਨਾ ਕਿ ਨਹੀਂ ਕਾਂਗਰਸ ਜਿਹੜੀ ਹੈ ਇਹਨੂੰ ਕਰ ਰਹੀ ਹੈ ਜਾਂ ਅਸੀਂ ਹੱਕ 'ਚ ਹੈ, ਇਹਦਾ ਮਤਲਬ ਇਹ ਧਿਆਨ ਜਿਹੜਾ ਵੰਡਿਆ ਜਾ ਰਿਹਾ। ਔਰ ਜਿਹੜੀ ਆਪ ਪਾਰਟੀ ਹੈ, ਕਿਤੇ ਇਹ ਤਾਂ ਨਹੀਂ ਕਿਤੇ ਬੀਜੇਪੀ ਦੀ ਬੀ ਟੀਮ, ਕਿਉਂਕਿ ਇੱਕ ਫੌਜ ਦੇ ਵਿੱਚ ਕੀ ਹੁੰਦਾ ਹੈ, ਇੱਕ ਉਹਨੂੰ ਕਵਰ ਫਾਇਰ ਕਹਿੰਦੇ ਕਿ ਯਾਰ ਮੈਂ ਇੱਥੋਂ ਫਾਇਰ ਕਰਦਾ, ਤੂੰ ਛੇਤੀ ਦੇ ਨੇ ਨਿਕਲ ਜਾ ਜੇ ਨਿਕਲ ਸਕਦਾ। ਮੈਨੂੰ ਸ਼ੱਕ ਪੈਂਦਾ ਕਿ ਕਵਰ ਫਾਇਰ ਤਾਂ ਨਹੀਂ ਹੋ ਰਿਹਾ। ਬੀਜੇਪੀ ਨੂੰ ਬਚਾਉਣ ਵਾਸਤੇ ਇਹ ਜਿਹੜਾ ਹੈ ਇਹ ਲਾਲਸ਼ਨ ਕਾਂਗਰਸ ਤੇ ਲਾਇਆ ਜਾ ਰਿਹਾ। ਸੋ ਮੈਨੂੰ ਸਿਰਫ ਇਸ ਗੱਲ ਦਾ ਫਿਕਰ ਹੈ, ਔਰ ਮੈਂ ਇਹ ਗੱਲ ਵੀ ਕੰਸੀਡ ਕਰਨ ਨੂੰ ਤਿਆਰ ਹੈ ਕਿ ਸ਼ਾਇਦ ਉਹ ਦਿੱਲੀ ਤੋਂ ਆਇਆ, ਉਹਨਾਂ ਨੂੰ ਐਗਰੀਕਲਚਰ ਜਾਂ ਇਸ ਮਸਲੇ ਦਾ ਪਤਾ ਨਾ ਹੋਵੇ ਤਾਂ ਕਹਿ ਰਹੇ। ਧਰਮਵੀਰ ਗਾਂਧੀ ਨੇ ਵੀ ਬਿਆਨ ਦਿੱਤਾ ਸੀਗਾ ਇਹ ਕਿ ਜਿਹੜਾ ਅੰਨਾ ਹਜ਼ਾਰੇ ਦਾ ਸੰਘਰਸ਼ ਚੱਲਿਆ ਸੀਗਾ ਉਹ ਬੀਜੇਪੀ ਸੀਗੇ ਉਹਦੇ ਬੈਕ ਤੇ।
ਹੁਣ ਉਹ ਮੰਨ ਵੀ ਚੁੱਕੇ ਨੇ, ਮਤਲਬ ਪਹਿਲਾਂ ਕਿਹਾ ਜਾ ਰਿਹਾ ਸੀ ਪਰ ਉਹ ਆਪ ਵੀ ਮੰਨ ਮੈਂ ਚੁੱਕੇ ਕਿ ਤੁਹਾਨੂੰ ਸਾਨੂੰ ਫੌਜ ਬਣਾਇਆ। ਉਹ ਫੌਜ ਦੀ ਤਾਂ ਹੀ ਉਦਾਹਰਣ ਦਿੱਤੀ ਹੈ, ਉਹ ਕਵਰ ਫਾਇਰ ਹੁੰਦਾ ਹੈ ਕਿ ਤੁਸੀਂ ਮੈਂ ਫਾਇਰਿੰਗ ਕਰੂੰਗਾ ਤੇ ਤੂੰ ਨਿਕਲ ਜੀ, ਜੇ ਨਿਕਲਦਾ ਸਰ 11 ਮੀਟਿੰਗਾਂ ਹੋ ਗਈਆਂ ਜੀ ਕਿਸਾਨ ਯੂਨੀਅਨਾਂ ਨਾਲ, ਹਜੇ ਵੀ ਉਹ ਕਹਿ ਰਹੇ ਆ ਵੀ ਇਹ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਕ 'ਚ ਆ। ਫਿਰ ਇਹਦੇ ਤੋਂ ਕੀ ਲੱਗਦਾ ਜੀ, ਤੁਸੀਂ ਤਾਂ ਫਿਰ ਵੀ ਇਹ ਆ ਵੀ ਸਰਕਾਰ ਆਖਰ ਚਾਹੁੰਦੀ ਕੀ ਹੈ? ਯਾਰ ਇਹ ਲੰਬਾ ਮਜਬੂਨ ਹੈ, ਅੱਜ ਦੀ ਪ੍ਰੈਸ ਕਾਨਫਰੰਸ ਦਾ ਹਿੱਸਾ ਨਾ ਬਣਾਈਏ ਤਾਂ ਬੈਟਰ ਹੈ, ਕਿਉਂਕਿ ਇਹ ਬੜਾ ਲੰਬਾ ਔਰ ਇਵੈਂਚੁਅਲੀ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਆਫ ਇੰਡੀਆ ਜਿਹੜੀ FCI ਇਦਾਰਾ ਹੈ, ਕਿਉਂਕਿ ਉਹਦੇ ਤੇ 6 ਲੱਖ ਕਰੋੜ ਦਾ ਕਰਜ਼ਾ ਆ ਗਿਆ, ਅੱਜ ਹਰ ਸਾਲ 2 ਚੀਜ਼ਾਂ ਤੇ ਸਬਸਿਡੀ ਦਿੱਤੀ ਜਾਂਦੀ ਸੀ। ਜਿਹੜਾ ਯੂਨੀਅਨ ਬਜਟ 1 ਫਰਵਰੀ ਨੂੰ ਆਉਣਾ ਹੈ, ਉਹਦੇ ਵਿੱਚ ਇੱਕ ਤਾਂ ਫਿਊਲ ਸਬਸਿਡੀ ਹੁੰਦੀ ਸੀ, ਡੀਜ਼ਲ ਪੈਟਰੋਲ ਜਿਹੜਾ ਸੀ ਉਹ ਮਹਿੰਗਾ ਹੁੰਦਾ ਸੀ, ਭਾਰਤ ਸਰਕਾਰ ਉਹਨੂੰ ਸਸਤਾ ਕਰਕੇ ਵੇਚਦੀ ਸੀ, ਔਰ ਦੂਸਰਾ ਫੂਡ ਸਿਕਿਉਰਿਟੀ ਹੁੰਦੀ ਸੀ, ਜਿਹੜੇ PDS ਜਿਹਨੂੰ ਕਹਿੰਦੇ। ਤੇ ਫਿਊਲ ਸਬਸਿਡੀ ਤਾਂ ਖਤਮ ਹੋ ਗਈ ਕਿਉਂਕਿ ਹੁਣ ਫਿਊਲ ਤਾਂ ਉਹਨਾਂ ਨੇ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਲਿੰਕ ਕਰਤਾ ਹੈ। ਇਨਫੈਕਟ ਇੰਟਰਨੈਸ਼ਨਲ ਮਾਰਕੀਟ ਨਾਲ ਦੁੱਗਣਾ ਅੱਜ ਹਿੰਦੁਸਤਾਨ 'ਚ ਇਹਦੀ ਕੀਮਤ ਰੱਖੀ ਗਈ, ਇਹਦੇ 'ਚ ਤਾਂ ਮੁਨਾਫਾ ਹੋ ਗਿਆ। ਫੂਡ ਸਿਕਿਉਰਿਟੀ FCI ਦੀ 1 ਲੱਖ ਕਰੋੜ ਦੀ ਹਰ ਸਾਲ ਬਜਟ 'ਚ ਦਿੱਤਾ ਜਾਂਦਾ ਸੀ। ਪਿਛਲੇ 6 ਸਾਲਾਂ 'ਚ ਇਹਨਾਂ ਨੇ FCI ਨੂੰ ਇੱਕ ਧੇਲਾ ਵੀ ਨਹੀਂ ਦਿੱਤਾ। FCI ਜਿਹੜਾ ਹੈ ਉਹ ਕਰਜ਼ੇ ਲਈ ਜਾਂਦਾ ਹੈ, 6 ਲੱਖ ਕਰੋੜ ਹੋ ਗਿਆ, ਇਸ ਤੋਂ ਵੱਧ ਟੋਪੀ ਕਮਾਉਣੀ ਮੁਸ਼ਕਿਲ ਹੋ ਗਈ ਹੈ। ਗਵਰਨਮੈਂਟ ਆਫ ਇੰਡੀਆ ਜੋ ਮੈਨੂੰ ਲੱਗ ਰਿਹਾ ਇਹ ਤਾਂ ਇੱਕ ਨਾਰਾ ਹੈ ਕਿ ਇਹ ਮੁਫਾਦ 'ਚ ਹੈ, ਪਰ ਮੈਨੂੰ ਲੱਗਦਾ ਕਿ ਇਹ FCI ਦਾ ਜਿਹੜਾ 6 ਲੱਖ ਕਰੋੜ ਦਾ ਘੱਟ ਹੈ, 6 ਲੱਖ ਕਰੋੜ ਮੂੰਹ ਨਾਲ ਹੀ ਕਹਿ ਦੇਣਾ, ਕੋਈ $1 ਟ੍ਰਿਲੀਅਨ ਬਣ ਜਾਂਦਾ ਹੈ, $100 ਬਿਲੀਅਨ ਤਾਂ ਸਿਰਫ FCI ਦਾ ਕਰਜ਼ਾ ਬਣ ਗਿਆ। ਮੈਨੂੰ ਲੱਗਦਾ ਇਹਦੇ ਚੋਂ ਨਿਕਲਣਾ ਚਾਹੁੰਦੇ ਔਰ ਪ੍ਰਾਈਵੇਟ ਲੋਕਾਂ ਦੇ ਹੱਥਾਂ 'ਚ ਕਿ ਇਹ ਵੀ ਜਿਵੇਂ ਫਿਊਲ ਸਬਸਿਡੀ ਖਤਮ ਹੋ ਗਈ ਹੈ, ਫੂਡ ਸਬਸਿਡੀ ਵੀ ਖਤਮ ਹੋ ਜਾਏ। ਪਰ ਇਹ ਕਿਸ ਦਿਨ ਫੇਰ ਕਰਾਂਗੇ ਇਸ ਗੱਲ ਤੇ। ਮੰਡੀ ਜੀ ਅਕਾਲੀ ਦਲ ਕਹਿ ਰਹੀ ਹੈ ਨਗਰ ਨਿਗਮ ਚੋਣ ਕਾਂਗਰਸ ਧੱਕੇਸ਼ਾਹੀ ਦੇ ਦਮ ਤੇ ਲੜਨਾ ਚਾਹ ਰਹੀ ਹੈ। ਅਕਾਲੀ ਦਲ ਧੱਕਾ ਤਾਂ ਹੋਇਆ ਹੀ ਨਹੀਂ ਕਿਸੇ ਤੇ, ਇਹ ਜਦੋਂ ਸੁਖਬੀਰ ਬਾਦਲ ਜਦੋਂ ਆਏ ਸੀ ਉਹਨੇ ਗੱਲ ਕਹੀ ਸੀ, ਕਹਿੰਦੇ ਵੀ ਸੁਖਬੀਰ, ਪਰ ਜੇ ਕਿਸੇ ਪਤਾ ਨਹੀਂ ਤੁਸੀਂ ਉਦੋਂ ਜਰਨਲਿਜ਼ਮ ਸੀਗੇ, ਪਿਛਲੀ ਵਾਰੀ ਕਿੰਨਾ ਧੱਕਾ ਹੋਇਆ ਜਦੋਂ ਪਿਛਲੀ ਵਾਰੀ ਨਗਰ ਨਿਗਮ ਚੋਣਾਂ ਹੋਈਆਂ ਅੱਜ ਤੋਂ 6 ਸਾਲ ਪਹਿਲਾਂ, ਤੁਸੀਂ ਉਹਨੂੰ ਯਾਦ ਕਰੋ। ਬਹਰਹਾਲ ਦੇਖੋ ਗੱਲ ਇਹ ਹੈ ਕਿ ਮੈਨੂੰ 25 ਸਾਲ ਹੋ ਗਿਆ ਰਾਜਨੀਤੀ 'ਚ, ਅਗਲਾ ਇਲੈਕਸ਼ਨ ਜਿਹੜਾ ਹੈ 10 ਮਹੀਨੇ ਦੂਰ ਹੈ, ਧੱਕੇਸ਼ਾਹੀ ਕਰਾਂਗੇ ਤਾਂ ਅਗਲਾ ਇਲੈਕਸ਼ਨ ਖਰਾਬ ਹੋ ਜਾਏਗਾ। ਲੋਕ ਜਿਹੜੇ ਹੈ ਇਹ ਭੇਡ ਬੱਕਰੀਆਂ ਨਹੀਂ ਹੁੰਦੇ, ਜੇ ਧੱਕਾ ਕਰਦੇ ਹੋ ਤਾਂ ਉਹਦਾ ਇਫੈਕਟ ਜਿਹੜਾ ਹੈ, ਉਹਦਾ ਮੰਨਫੀ ਇਫੈਕਟ ਜਿਹੜਾ ਉਹ ਪਾਰਟੀ ਤੇ ਪੈਂਦਾ ਹੈ। ਇਸ ਕਰਕੇ ਜਮਹੂਰੀਅਤ ਦੇ ਵਿੱਚ ਤਾਂ ਪਿਆਰ ਮੁਹੱਬਤ ਨਾਲ ਹੀ ਵੋਟ ਲਈ ਜਾ ਸਕਦੀ ਹੈ, ਨੀਵਾਂ ਹੋ ਕੇ ਲਈ ਜਾ ਸਕਦੀ ਹੈ, ਔਰ ਜਿਹੜਾ ਪਿਆਰ ਮੁਹੱਬਤ ਜਾਂ ਨੀਵਾਂ ਨਹੀਂ ਹੋ ਸਕਦਾ ਉਹਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਹਰਪ੍ਰੀਤ ਜੀ ਪੁਲਿਸ